बेटा लिमिट्स ਆਪਾਂ ਕਰ ਲਿਆ ਸੀ, ਹੁਣ ਆਪਾਂ ਕਰਨੀ ਹੈ ਕੰਟੀਨਿਊਟੀ। ਲਿਮਿਟਸ ਤੋਂ ਅੱਗੇ ਜੇ ਆਪਾਂ ਨੂੰ ਲਿਮਿਟ ਚੰਗੀ ਤਰ੍ਹਾਂ ਸਮਝ ਆ ਗਿਆ ਤਾਂ ਫਿਰ ਆਪਾਂ ਕੰਟੀਨਿਊਟੀ ਵੀ ਸਮਝ ਸਕਦੇ ਹਾਂ। ਸੋ ਇਸ ਲਈ ਕਰਨਾ ਆਪਾਂ ਇੱਕ ਫੰਕਸ਼ਨ ਹੈ, ਇਹਦੇ ਵਿੱਚ ਵੀ ਆਪਾਂ ਫੰਕਸ਼ਨ ਕੰਸੀਡਰ ਕਰਕੇ ਆਪਾਂ ਥੋੜ੍ਹੀ ਜਿਹੀ ਐਗਜ਼ਾਮਪਲਸ ਲੈ ਕੇ ਫਿਰ ਦਿਖਾਂਗੇ ਕੰਟੀਨਿਊਟੀ ਕੀ ਹੁੰਦੀ ਹੈ। ਕੰਸੀਡਰ ਇੱਕ ਫੰਕਸ਼ਨ ਹੈ ਸਾਡੇ ਕੋਲ f(x) ਹੈ 1 if x is less than equal to 0 ਐਂਡ 2 if x is greater than 0। ਬੇਟਾ ਫੰਕਸ਼ਨ ਦੀ ਡੈਫੀਨੇਸ਼ਨ ਸਮਝੋ, ਜਦੋਂ x ਲੈਸ ਦੈਨ ਜਾਂ 0 ਹੈ, ਜਦੋਂ ਆਪਾਂ ਨੈਗੇਟਿਵ ਵੈਲਿਊਜ਼ ਪੁੱਟ ਕਰਨੀਆਂ ਜਾਂ 0 ਪੁੱਟ ਕਰਨਾ, ਉਦੋਂ f(x) ਦਾ ਆਨਸਰ 1 ਆਉਣਾ ਹੈ। ਜਦੋਂ x ਗ੍ਰੇਟਰ ਦੈਨ 0 ਵੈਲਿਊ ਪੁੱਟ ਕਰਨੀ ਆ ਜਾਂ 0 ਤੋਂ ਵੱਡੇ ਨੰਬਰ ਪੁੱਟ ਕਰਨੇ ਆ, ਉਸ ਟਾਈਮ f(x) ਦਾ ਆਨਸਰ ਕੀ ਹੈ 2। ਜੇ ਆਪਾਂ ਇਹਦਾ ਗ੍ਰਾਫ ਬਣਾਈਏ, ਗ੍ਰਾਫ ਦੇਖੀਏ ਆਪਾਂ, x ਐਕਸਿਸ ਹੋ ਗਿਆ, y ਐਕਸਿਸ ਹੋ ਗਿਆ। ਜਦੋਂ ਬੇਟਾ x ਜਿਹੜਾ ਲੈਸ ਦੈਨ ਇਕੁਅਲ ਟੂ 0 ਹੈ, ਜਦੋਂ ਜਿਹੜੀਆਂ ਵੈਲਿਊਜ਼ ਆ 0 ਤੋਂ ਛੋਟੀਆਂ, ਯਾਨੀ ਇਸ ਸਾਈਡ ਜਿਹੜਾ ਲੈਫਟ ਸਾਈਡ ਹੈ 0 ਤੋਂ ਛੋਟੇ ਨੰਬਰ ਹੁੰਦੇ ਆ, ਜਦੋਂ ਆਪਾਂ 0 ਜਾਂ 0 ਤੋਂ ਛੋਟੇ ਨੰਬਰ ਪੁੱਟ ਕਰਨੇ ਆ ਤਾਂ ਆਨਸਰ ਕੀ ਆ ਰਿਹਾ 1। ਤਾਂ ਸਾਰੇ ਨੰਬਰਸ ਲਈ ਆਪਾਂ 1 'ਤੇ ਸਾਰੇ ਇੱਥੇ ਹੀ ਪੁਆਇੰਟ ਲੱਗਣੇ ਆ ਸਾਰੇ। ਸੋ ਇਹ ਕਰਕੇ ਇੱਕ ਲਾਈਨ, ਸਟ੍ਰੇਟ ਲਾਈਨ ਆਪਾਂ ਡਰਾ ਕਰ ਦਿੱਤੀ ਆ ਕਿ ਜਿਹੜੇ x ਲੈਸ ਦੈਨ 0 ਲਈ ਫੰਕਸ਼ਨ ਦਾ ਆਨਸਰ ਕੀ ਹੈ 1। ਇਸੇ ਤਰ੍ਹਾਂ x ਗ੍ਰੇਟਰ ਦੈਨ 0 ਲਈ ਜਦੋਂ ਆਪਾਂ 0 ਤੋਂ ਵੱਡੇ ਨੰਬਰ ਫਿਲ ਕਰਦੇ ਹਾਂ 1 2 3 ਜਾਂ ਕੋਈ ਵੀ ਪੁਆਇੰਟ ਵਾਲੇ ਸਾਈਡ 'ਤੇ ਨੰਬਰ ਪੁੱਟ ਕਰਦੇ ਹਾਂ ਤਾਂ ਫੰਕਸ਼ਨ ਦਾ ਆਨਸਰ ਕੀ ਹੈ 2 ਹੈ, ਅਤੇ ਇਹਦੀ ਵੈਲਿਊ ਕੀ ਹੈ 2। ਅਤੇ ਉਸ ਟਾਈਮ ਇਹਦਾ ਗ੍ਰਾਫ ਇਸ ਤਰ੍ਹਾਂ ਬਣੇਗਾ। ਠੀਕ ਹੈ, ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ x ਲੈਸ ਦੈਨ ਔਰ ਇਕੁਅਲ ਟੂ ਵੀ ਲਗਾਇਆ ਇੱਥੇ, ਕਿ ਜਦੋਂ x 0 ਹੈ, ਜਦੋਂ ਆਪਾਂ x 0 ਆ 0 ਵੇਲੇ ਦੇਖਿਆ ਆਪਾਂ ਕਿ f(x) ਦੀ ਵੈਲਿਊ ਕਿੰਨੀ ਹੈ। ਦੇਖੋ ਜਦੋਂ ਇੱਥੇ ਇਕੁਅਲ ਟੂ ਪਾਇਆ 0, ਇਟ ਮੀਨਸ ਕਿ ਜਦੋਂ x 0 ਹੈ ਉਸ ਟਾਈਮ ਫੰਕਸ਼ਨ ਦੀ ਵੈਲਿਊ ਕੀ ਹੈ 1। ਇਸ ਕਰਕੇ ਤਾਂ ਉਸ ਟਾਈਮ ਜਿਹੜੀ ਫੰਕਸ਼ਨ ਦੀ ਵੈਲਿਊ ਆ, ਜਦੋਂ x 0 ਹੈ ਉਸ ਟਾਈਮ ਫੰਕਸ਼ਨ ਦੀ ਵੈਲਿਊ 1 ਹੈ। ਇਸ ਲਈ ਜਦੋਂ x 0 ਆ, ਮੈਂ ਇੱਥੇ ਦੇਖੋ ਡਾਰਕ ਪੁਆਇੰਟ ਲਾਇਆ, ਇਟ ਮੀਨਸ ਕਿ ਜਦੋਂ x ਦੀ ਵੈਲਿਊ 0 ਹੈ ਫੰਕਸ਼ਨ ਦੀ ਵੈਲਿਊ 1 ਹੈ। ਅਤੇ ਇੱਥੇ ਮੈਂ ਦੇਖੋ ਨੋਡ ਲਾਇਆ, ਇਹਦਾ ਵਿੱਚੋਂ ਖਾਲੀ ਹੈ, ਇਟ ਮੀਨਸ ਕਿ ਜਦੋਂ x 0 ਹੈ ਉਦੋਂ ਜਿਹੜੀ f(x) ਦੀ ਵੈਲਿਊ ਉਹ 2 ਨਹੀਂ ਹੈ। ਇੱਥੇ ਡਾਰਕ ਹੈ 1 ਹੈ f(x) ਦੀ ਵੈਲਿਊ, 2 ਨਹੀਂ ਹੈ। ਤਾਂ ਜਦੋਂ x ਜਿਹੜੇ ਆ 0 ਤੋਂ ਵੱਡੇ ਆ ਉਸ ਟਾਈਮ ਫੰਕਸ਼ਨ ਦਾ ਗ੍ਰਾਫ ਕੀ ਹੈ, ਇਹ ਸਟ੍ਰੇਟ ਲਾਈਨ ਆ ਰਹੀ ਹੈ। ਠੀਕ ਹੈ, ਤਾਂ ਏਅਰ ਲਿਮਿਟ x ਟੈਂਡਸ ਟੂ 0 ਨੈਗੇਟਿਵ f(x) ਕਿੰਨਾ ਹੈ 1। ਇਸੇ ਤਰ੍ਹਾਂ ਲਿਮਿਟ x ਟੈਂਡਸ ਟੂ 0 ਪੋਜ਼ੀਟਿਵ f(x) ਕਿੰਨਾ ਆ 2। ਜੇ ਆਪਾਂ f(0) ਦੀ ਗੱਲ ਕਰੀਏ, f(0) ਕੀ ਹੁੰਦਾ ਆ ਕਿ ਫੰਕਸ਼ਨ ਦੀ ਵੈਲਿਊ ਐਟ x ਇਜ਼ ਇਕੁਅਲ ਟੂ 0 'ਤੇ ਉਹ ਕਿੰਨੀ ਆ 1। ਤਾਂ ਤੀਸਰਾ, ਇਸ ਜਦੋਂ ਲਿਮਿਟ ਆਪਾਂ ਡਿਸਕਸ ਕਰਦੇ ਸੀ ਆਪਾਂ ਸਿਰਫ ਲੈਫਟ ਅਤੇ ਰਾਈਟ ਲਿਮਿਟ ਹੀ ਕੱਢਦੇ ਸੀ, ਪਰ ਹੁਣ ਕਿਉਂਕਿ ਆਪਾਂ ਕੰਟੀਨਿਊਟੀ ਚੈੱਕ ਕਰਨੀ ਹੈ, ਕੰਟੀਨਿਊਟੀ ਵਿੱਚ ਕੀ ਕਰਨਾ, ਆਪਾਂ ਫੰਕਸ਼ਨ ਦੀ ਵੈਲਿਊ ਵੀ ਕੱਢਣੀ ਆ ਜਿੱਥੇ ਆਪਾਂ ਲਿਮਿਟ ਕੱਢ ਰਹੇ ਹਾਂ ਜਿਸ ਪੁਆਇੰਟ 'ਤੇ। ਤਾਂ f(0) ਕੀ ਹੁੰਦਾ ਬੇਟਾ, ਆਪਾਂ x ਦੀ ਜਗ੍ਹਾ 'ਤੇ ਇੱਥੇ 0 ਪੁੱਟ ਕਰ ਦਿੰਦੇ ਹਾਂ, ਯਾਨੀ ਕਿ x ਦੀ ਵੈਲਿਊ f(x) ਦੀ ਵੈਲਿਊ ਜਦੋਂ x ਕੀ ਆ 0, ਉਹ ਕਿੰਨਾ ਆ 1। ਤਾਂ f(0) ਕਿੰਨਾ ਹੈ 1। ਹੁਣ ਆਪਾਂ ਦੇਖਦੇ ਹਾਂ ਕਿ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੇ ਇਕੁਅਲ ਨਹੀਂ ਆਏ। ਦੇਖੋ ਇਹ 1 ਆ ਰਿਹਾ ਹੈ, ਇਹ 1 ਕੋਲ ਅਪਰੋਚ ਕਰ ਰਿਹਾ ਲੈਫਟ ਲਿਮਿਟ, ਜਦੋਂ ਨੈਗੇਟਿਵ ਨੰਬਰ ਪੁੱਟ ਕੀਤੇ ਤਾਂ 1 ਕੋਲ ਆਨਸਰ ਆ ਰਿਹਾ, ਜਦੋਂ ਪੋਜ਼ੀਟਿਵ ਨੰਬਰ ਪੁੱਟ ਕੀਤੇ ਉਦੋਂ ਕਿਹਦੇ ਕੋਲ ਆਨਸਰ ਆ ਰਿਹਾ 2 ਕੋਲ। ਇਹ ਦੋਨੇ ਜੋ ਲਿਮਿਟਸ ਹੈ ਲੈਫਟ ਅਤੇ ਰਾਈਟ ਜਿਹੜੇ ਉਹ ਇਕੁਅਲ ਨਹੀਂ ਆਏ। ਜੇ ਇਕੁਅਲ ਹੀ ਨਹੀਂ ਆਏ ਤਾਂ ਇਹਦਾ ਮਤਲਬ ਕੀ ਆ ਕਿ ਲਿਮਿਟ ਜਿਹੜਾ x ਅਪਰੋਚ ਟੂ 0 f(x) ਜਿਹੜਾ ਆ ਡਜ਼ ਨਾਟ ਐਗਜ਼ਿਸਟ ਆ, ਲਿਮਿਟ ਨਹੀਂ ਐਗਜ਼ਿਸਟ ਕਰਦਾ। ਅਤੇ ਜੇ ਲਿਮਿਟ ਨਹੀਂ ਐਗਜ਼ਿਸਟ ਕਰਦਾ ਤਾਂ ਇਹਦਾ ਮਤਲਬ ਕੀ ਆ, ਫੰਕਸ਼ਨ ਕੰਟੀਨਿਊਅਸ ਨਹੀਂ ਹੈਗਾ। ਆਲਸੋ ਵੈਨ ਵੀ ਟਰਾਈ ਟੂ ਡਰਾ ਦੀ ਗ੍ਰਾਫ, ਅਤੇ ਜਦੋਂ ਆਪਾਂ ਗ੍ਰਾਫ ਬਣਾਉਣਾ ਚਾਹੁੰਦੇ ਹਾਂ, ਮੰਨ ਲਓ ਮੈਂ ਇਹਦਾ ਗ੍ਰਾਫ ਬਣਾਉਣਾ ਚਾਹੁੰਦਾ ਫੰਕਸ਼ਨ ਦਾ, ਜਦੋਂ ਮੈਂ ਗ੍ਰਾਫ ਬਣਾਇਆ ਮੈਂ ਲੈਸ ਦੈਨ 0 ਦੀ ਵੈਲਿਊ ਲੈ ਕੇ ਕਿੱਦਾਂ ਇੱਦਾਂ ਸਟ੍ਰੇਟ ਲਾਈਨ ਗਿਆ ਇੱਥੇ ਤੱਕ, ਫਿਰ ਜਦੋਂ ਮੈਂ ਗ੍ਰੇਟਰ ਦੈਨ 0 ਵਾਲੇ ਵੈਲਿਊ ਲਾਉਣਾ ਸੀ, ਗ੍ਰਾਫ ਲਾਉਣਾ ਸੀ, ਤਾਂ ਮੈਨੂੰ ਪੈਨ ਚੱਕ ਕੇ ਇੱਥੇ ਆਉਣਾ ਪੈਣਾ ਸੀਗਾ। ਠੀਕ ਹੈ, ਤਾਂ ਜਦੋਂ ਮੈਂ ਇਹਦਾ ਗ੍ਰਾਫ ਬਣਾ ਰਿਹਾ ਹਾਂ, ਮੈਨੂੰ ਗ੍ਰਾਫ ਇਹਦਾ ਬਣਾਉਣ ਲਈ ਪੈਨ ਚੱਕਣਾ ਪੈ ਰਿਹਾ। ਆਲਸੋ ਵੈਨ ਵੀ ਟਰਾਈ ਟੂ ਡਰਾ ਦੀ ਗ੍ਰਾਫ ਵੀ ਕੈਨ ਨੋਟ ਡਰਾ ਇਟ ਇਨ 1 ਸਟ੍ਰੋਕ। ਮਤਲਬ ਇੱਕ ਹੀ ਸਟ੍ਰੋਕ ਦਾ ਮੀਨਿੰਗ ਕੀ ਹੈ ਬੇਟਾ, ਆਪਾਂ ਕਿ ਇੱਕੋ ਹੀ ਸਾਰ ਬਿਨਾਂ ਪੈਨ ਉਠਾਏ ਆਪਾਂ ਇਹਦਾ ਗ੍ਰਾਫ ਨਹੀਂ ਬਣਾ ਸਕਦੇ। that is without lifting pen from the plane of the paper। ਠੀਕ ਹੈ, ਵਿਦਆਊਟ ਲਿਫਟਿੰਗ ਆਪਾਂ ਇਹਦਾ ਗ੍ਰਾਫ ਜਿਹੜਾ ਆ ਉਹ ਨਹੀਂ ਬਣਾ ਸਕਦੇ। ਠੀਕ ਹੈ, we cannot draw the graph of this function, ਯਾਨੀ ਇੱਕੋ ਹੀ ਸਟ੍ਰੋਕ ਵਿੱਚ ਬਿਨਾਂ ਪੈਨ ਉਠਾਏ ਆਪਾਂ ਇਹਦਾ ਗ੍ਰਾਫ ਨਹੀਂ ਬਣਾ ਸਕਦੇ। ਇਨਫੈਕਟ ਵੀ ਨੀਡ ਟੂ ਲਿਫਟ ਪੈਨ ਵੈਨ ਵੀ ਕਮ ਟੂ 0 ਫਰੋਮ ਲੈਫਟ। ਜਦੋਂ ਆਪਾਂ 0 ਤੋਂ ਰਾਈਟ ਵੱਲ ਨੂੰ ਜਾ ਰਹੇ ਹਾਂ ਤਾਂ ਸਾਨੂੰ ਕੀ ਕਰ ਰਿਹਾ, ਆਪਾਂ ਨੂੰ ਪੈਨ ਉਠਾਉਣਾ ਪੈ ਰਿਹਾ। ਠੀਕ ਹੈ, ਦਿਸ ਇਜ਼ ਵਨ ਇੰਸਟੈਂਸ ਆਫ ਫੰਕਸ਼ਨ ਬੀਂਗ ਨਾਟ ਕੰਟੀਨਿਊਸ ਐਟ x ਇਜ਼ ਇਕੁਅਲ ਟੂ 0। ਸੋ ਇਹ ਇੱਕ ਕੰਡੀਸ਼ਨ ਆ ਕਿ ਕੋਈ ਫੰਕਸ਼ਨ ਕੰਟੀਨਿਊਸ ਨਹੀਂ ਹੈਗਾ। ਉਹਦੇ ਲਈ ਇੱਕ ਰੀਜ਼ਨ ਇਹ ਵੀ ਆ ਕਿ ਜਦੋਂ ਆਪਾਂ ਫੰਕਸ਼ਨ ਦਾ ਜਿਹੜਾ ਗ੍ਰਾਫ ਆ ਬਿਨਾਂ ਪੈਨ ਉਠਾਏ ਨਹੀਂ ਬਣਾ ਸਕਦੇ ਤਾਂ ਉਹ ਫੰਕਸ਼ਨ ਕੀ ਹੋਊਗਾ, ਡਿਸਕੰਟੀਨਿਊਸ ਹੋਏਗਾ। ਜਿਹੜਾ ਫੰਕਸ਼ਨ ਕੰਟੀਨਿਊਸ ਨਹੀਂ ਹੁੰਦਾ ਬੇਟਾ ਉਹਨੂੰ ਡਿਸਕੰਟੀਨਿਊਸ ਫੰਕਸ਼ਨ ਕਹਿੰਦੇ ਆ। ਜੇ ਤਾਂ ਆਪਾਂ ਉਹਦਾ ਗ੍ਰਾਫ ਬਿਨਾਂ ਪੈਨ ਉਠਾਏ ਹੀ ਇੱਕ ਸਾਰ ਬਣਾ ਦਿੰਦੇ ਤਾਂ ਫਿਰ ਉਹ ਕੰਟੀਨਿਊਸ ਫੰਕਸ਼ਨ ਹੁੰਦਾ, ਪਰ ਜੇ ਸਾਨੂੰ ਪੈਨ ਉਠਾਉਣਾ ਪੈ ਜਾਂਦਾ ਵਿੱਚ ਤਾਂ ਉਹ ਫੰਕਸ਼ਨ ਕੀ ਆ, ਕੰਟੀਨਿਊਸ ਨਹੀਂ ਹੁੰਦਾ, ਯਾਨੀ ਉਹ ਡਿਸਕੰਟੀਨਿਊਸ ਹੁੰਦਾ ਹੈ।
ਹੁਣ ਆਪਾਂ ਐਗਜ਼ਾਮਪਲ 2 ਦੇਖੀਏ। ਇਸ ਵਿੱਚ ਕੀ ਆ, ਐਫ ਐਕਸ ਸਾਡੇ ਕੋਲ ਹੈ 1 ਇਫ ਐਕਸ ਇਜ਼ ਨਾਟ ਇਕੁਅਲ ਟੂ 0। ਦੇਖੋ ਹੁਣ ਇੱਥੇ ਲੈਸ ਦੈਨ ਜਾਂ ਗ੍ਰੇਟਰ ਦੈਨ 0 ਦੀ ਗੱਲ ਨਹੀਂ ਕੀਤੀ, ਸਿੱਧਾ ਹੀ ਲਿਖ ਦਿੱਤਾ ਕਿ ਐਕਸ 0 ਨਹੀਂ ਹੈ। ਜਦੋਂ ਐਕਸ 0 ਨਹੀਂ ਹੈ ਮਤਲਬ ਜਦੋਂ ਐਕਸ 0 ਤੋਂ ਛੋਟਾ ਹੈ ਜਾਂ 0 ਤੋਂ ਵੱਡਾ ਹੈ, ਉਸ ਟਾਈਮ ਐਫ ਐਕਸ ਦਾ ਆਨਸਰ ਕੀ ਹੈ 1, ਤੇ ਜਦੋਂ ਐਕਸ 0 ਹੈ ਉਸ ਟਾਈਮ ਐਫ ਐਕਸ ਦਾ ਆਨਸਰ ਕੀ ਹੈ 2। ਤੇ ਜੋ ਹੁਣ ਇਹਦਾ ਆਪਾਂ ਗ੍ਰਾਫ ਬਣਾਈਆਂ, ਦੇਖੋ ਲੈਸ ਦੈਨ 0 ਜਿਹੜੀਆਂ ਵੈਲਿਊਜ਼ ਆ, ਜਦੋਂ ਵੈਲਿਊਜ਼ ਜਿਹੜੀਆਂ ਲੈਸ ਦੈਨ 0 ਆ ਉਦੋਂ ਫੰਕਸ਼ਨ ਦਾ ਗ੍ਰਾਫ ਕੀ ਆ, ਉਦੋਂ ਐਫ ਐਕਸ ਕਿਹਦੇ ਇਕੁਅਲ ਆ 1 ਦੇ, ਠੀਕ ਹੈ। ਇਸੇ ਤਰ੍ਹਾਂ ਜਦੋਂ ਐਕਸ 0 ਦੇ ਇਕੁਅਲ ਨਹੀਂ ਹੈ, ਮਤਲਬ ਬਾਕੀ ਸਾਰੇ ਜਿਹੜੇ ਵੈਲਿਊਜ਼ ਆ ਲੈਸ ਦੈਨ 0 ਜਾਂ ਗ੍ਰੇਟਰ ਦੈਨ 0 ਦੇ ਲਈ ਐਫ ਐਕਸ ਦਾ ਆਨਸਰ ਕੀ 1 ਹੀ ਆਉਣਾ ਹੈ। ਪਰ ਜਦੋਂ ਐਕਸ 0 ਹੈ, ਦੇਖੋ ਮੈਂ ਇੱਥੇ ਨੋਟ ਡਾਲਿਆ, ਨੋਟ ਦਾ ਮਤਲਬ ਕੀ ਆ, ਜਦੋਂ ਆਪਾਂ ਇੱਥੇ ਵਿੱਚੋਂ ਖਾਲੀ ਛੱਡਤਾ, ਮੈਂ ਇਹਦਾ ਡਾਟ ਗੋਲ ਚੱਕਰ ਲਗਾਇਆ ਥੋੜ੍ਹਾ ਜਿਹਾ ਵਿੱਚ ਖਾਲੀ ਜਗ੍ਹਾ ਛੱਡ ਕੇ, ਇਹਦਾ ਕੀ ਮਤਲਬ ਹੈ ਕਿ ਜਦੋਂ ਐਕਸ 0 ਹੈ ਉਸ ਟਾਈਮ ਜਿਹੜਾ ਫੰਕਸ਼ਨ ਦੀ ਵੈਲਿਊ ਆ ਇੱਕ ਨਹੀਂ ਹੈ, ਉਸ ਟਾਈਮ ਫੰਕਸ਼ਨ ਦੀ ਵੈਲਿਊ ਕੀ ਹੈ, ਮੈਂ ਇੱਥੇ ਡਾਰਕ ਲਗਾਇਆ ਨਾ, ਦੇਖੋ ਡਾਰਕ ਸਰਕਲ ਜਿਹਾ ਲਗਾਇਆ, ਇਹਦਾ ਮਤਲਬ ਕਿ ਜਦੋਂ ਐਕਸ 0 ਹੈ ਉਸ ਟਾਈਮ ਫੰਕਸ਼ਨ ਦੀ ਵੈਲਿਊ ਕੀ ਹੈ 2, ਠੀਕ ਹੈ। ਉਸ ਟਾਈਮ ਫੰਕਸ਼ਨ ਦੀ ਵੈਲਿਊ ਕੀ ਹੈ 2। ਹੁਣ ਜੇ ਮੈਂ ਦੇਖਾਂ ਇਹਦੇ ਵਿੱਚ ਲੈਫਟ ਲਿਮਿਟ ਜਿਹੜਾ ਐਕਸ ਟੈਂਡਸ ਟੂ 0 ਨੈਗੇਟਿਵ ਐਫ ਐਕਸ ਦਾ ਮਤਲਬ ਲੈਫਟ ਲਿਮਿਟ ਵੀ 1 ਆ ਰਿਹਾ, ਰਾਈਟ ਲਿਮਿਟ ਵੀ 1 ਹੈ। ਜੇ ਮੈਂ ਇਸ ਸਾਈਡ ਤੋਂ ਜਾਵਾਂ ਤਾਂ ਵੀ 1 ਆ ਰਿਹਾ ਆਨਸਰ ਐਫ ਐਕਸ ਦਾ, ਜੇ ਇਸ ਸਾਈਡ ਤੋਂ ਜਾਵਾਂ ਤਾਂ ਵੀ ਐਕਸ ਦਾ ਆਨਸਰ 1 ਆ ਰਿਹਾ ਹੈ। ਪਰ ਅਤੇ ਜਿਹੜਾ ਐਫ ਆਫ 0 ਉਹ 2 ਆ। ਐਫ ਆਫ 0 ਦਾ ਮਤਲਬ ਜਦੋਂ ਐਕਸ 0 ਆ ਉਹਦਾ ਫੰਕਸ਼ਨ ਦੀ ਵੈਲਿਊ ਕਿੰਨੀ ਆ 2। ਐਫ ਆਫ 0 ਜਿਹੜਾ ਆ ਉਹ 2 ਆ, ਬਟ ਲੈਫਟ ਤੇ ਰਾਈਟ ਲਿਮਿਟ ਜਿਹੜੇ ਆ ਉਹ ਇਕੁਅਲ ਆ, ਉਹ ਇਕੁਅਲ ਹੈ। ਜੇ ਲੈਫਟ ਤੇ ਰਾਈਟ ਲਿਮਿਟ ਇਕੁਅਲ ਹੋਣ ਤਾਂ ਆਪਾਂ ਕੀ ਕਹਿ ਦਿੰਦੇ ਆ ਕਿ ਲਿਮਿਟ ਐਕਸ ਅਪੋਜ਼ ਟੂ 0 ਐਫ ਐਕਸ ਐਗਜ਼ਿਸਟ, ਕਿ ਫੰਕਸ਼ਨ ਜਿਹੜਾ ਐਗਜ਼ਿਸਟ ਕਰਦਾ ਆ, ਲਿਮਿਟ ਜਿਹੜਾ ਐਗਜ਼ਿਸਟ ਕਰਦਾ ਹੈ, ਅਤੇ ਲਿਮਿਟ ਦੀ ਵੈਲਿਊ ਕਿੰਨੀ ਆ, ਜਿੰਨੀ ਇਹਨਾਂ ਦੋਨਾਂ ਦੀ ਵੈਲਿਊ ਹੁੰਦੀ ਆ। ਤਾਂ ਲਿਮਿਟ ਐਕਸ ਟੈਂਡਸ ਟੂ 0 ਐਫ ਐਕਸ ਕਿੰਨਾ ਆਏਗਾ 1। ਸੋ ਇਸ ਕੇਸ 'ਚ ਦੇਖਦੇ ਹਾਂ ਆਪਾਂ, ਇਨ ਦਿਸ ਕੇਸ ਲੈਫਟ ਐਂਡ ਰਾਈਟ ਲਿਮਿਟਸ ਜਿਹੜੇ ਲੈਫਟ ਹੈਂਡ ਲਿਮਿਟ ਤੇ ਰਾਈਟ ਹੈਂਡ ਲਿਮਿਟ ਜਿਹੜੇ ਆ ਉਹ ਦੋਨੋਂ ਹੀ ਐਟ ਐਕਸ ਇਜ਼ ਇਕੁਅਲ ਟੂ 0 ਤੇ ਇਕੁਅਲ ਆ, ਤੇ ਦੋਨੇ ਇਕੁਅਲ ਆ 1 ਦੇ। ਬਟ ਦ ਵੈਲਿਊ ਆਫ ਫੰਕਸ਼ਨ ਐਟ ਐਕਸ ਇਜ਼ ਇਕੁਅਲ ਟੂ 0, ਜਦੋਂ ਆਪਾਂ ਐਕਸ 0 ਤੇ ਫੰਕਸ਼ਨ ਦੀ ਵੈਲਿਊ ਕੱਢੀ ਸੀ ਉਹ ਕਿੰਨੀ ਆਈ ਸੀ 2। ਤਾਂ ਲੈਫਟ ਤੇ ਰਾਈਟ ਲਿਮਿਟ ਜਿਹੜੇ ਉਹ ਤਾਂ ਇਕੁਅਲ ਆ, ਲਿਮਿਟ ਤਾਂ ਐਗਜ਼ਿਸਟ ਕਰ ਗਿਆ, ਬਟ ਜਿਹੜਾ ਫੰਕਸ਼ਨ ਆ ਉਹਦੀ ਵੈਲਿਊ ਆ 0 ਪੁਆਇੰਟ ਤੇ ਕਿੰਨੀ ਆ ਰਹੀ ਆ 2, ਠੀਕ ਹੈ। ਵਿਚ ਡਜ਼ ਨਾਟ ਕੋਇਨਸਾਈਡ ਵਿਦ ਦੀ ਕਾਮਨ ਵੈਲਿਊ ਆਫ ਦੀ ਲੈਫਟ ਹੈਂਡ ਰਾਈਟ ਹੈਂਡ। ਜਿਹੜੀ ਫੰਕਸ਼ਨ ਦੀ ਵੈਲਿਊ ਆ ਆ ਰਹੀ ਆ 2 ਤੇ ਲਿਮਿਟ ਦੀ ਵੈਲਿਊ ਆ ਰਹੀ 1, ਯਾਨੀ ਇਹਦੇ ਨਾਲ ਇਹ ਕੋਇਨਸਾਈਡ ਨਹੀਂ ਕੀਤੀ, ਇਹਦੇ ਨਾਲ ਇਹ ਮਿਲੀ ਨਹੀਂ। ਜੇ ਤਾਂ ਇਹ ਮਿਲ ਜਾਂਦੀ, ਠੀਕ ਹੈ, ਫਿਰ ਫੰਕਸ਼ਨ ਕੰਟੀਨਿਊਸ ਹੋ ਜਾਣਾ ਸੀ, ਪਰ ਇਹ ਮਿਲੀ ਨਹੀਂ ਉਹ, ਠੀਕ ਹੈ। ਕਾਮਨ ਵੈਲਿਊ ਇਜ਼ ਲੈਫਟ ਹੈਂਡ। ਅਗੇਨ ਵੀ ਨੋਟ ਦੈਟ ਵੈਨ ਵੀ ਕੈਨ ਨੋਟ ਡਰਾ ਦੀ ਗ੍ਰਾਫ ਆਫ ਦੀ ਫੰਕਸ਼ਨ ਵਿਦਾਊਟ ਲਿਫਟਿੰਗ ਦਾ ਪੈਨ। ਇਸ ਕੇਸ ਵਿੱਚ ਵੀ ਜੇ ਆਪਾਂ ਦੇਖੀਏ, ਪਹਿਲਾਂ ਮੈਂ ਇਸ ਤਰ੍ਹਾਂ ਗ੍ਰਾਫ ਬਣਾ ਰਿਹਾ, ਇੱਥੇ ਦੇਖੋ ਹੁਣ ਆਪਾਂ 0 ਲਈ, ਜਦੋਂ 0 ਆ ਐਕਸ ਦੀ ਵੈਲਿਊ ਉਦੋਂ ਫੰਕਸ਼ਨ ਦੀ ਵੈਲਿਊ ਆ ਇੱਥੋਂ ਚੱਕ ਕੇ ਫਿਰ ਮੈਨੂੰ ਇੱਥੇ ਡਾਟ ਲਾ ਕੇ ਫਿਰ ਦੁਬਾਰਾ ਇੱਥੇ ਆਉਣਾ ਪੈ ਰਿਹਾ, ਠੀਕ ਹੈ। ਯਾਨੀ ਕੰਟੀਨਿਊਸਲੀ ਨਹੀਂ ਗ੍ਰਾਫ ਬਣ ਰਿਹਾ, 0 ਵਿੱਚ ਐਕਸ ਦੀ ਵੈਲਿਊ ਜਿਹੜੀ ਹੈ 0 ਤੇ 1 ਨਹੀਂ ਹੈਗੀ, ਇਸੇ ਛੱਡ ਕੇ ਇੱਥੇ ਪੁਆਇੰਟ ਲਾ ਕੇ ਫਿਰ ਦੁਬਾਰਾ ਇੱਧਰ ਨੂੰ ਜਾਣਾ ਪੈ ਰਿਹਾ ਆ। ਸੋ ਵੀ ਕੈਨ ਨੋਟ ਡਰਾ ਦੀ ਗ੍ਰਾਫ ਆਫ ਦੀ ਫੰਕਸ਼ਨ ਵਿਦਾਊਟ ਲਿਫਟਿੰਗ ਦਾ ਪੈਨ, ਦਿਸ ਇਜ਼ ਯੈਟ ਅਨਦਰ ਇੰਸਟੈਂਸ ਆਫ ਅ ਫੰਕਸ਼ਨ ਬੀਇੰਗ ਨਾਟ ਕੰਟੀਨਿਊਸ। ਸੋ ਇਹ ਇੱਕ ਫੰਕਸ਼ਨ ਜਿਹੜਾ ਆ ਕੰਟੀਨਿਊਸ ਨਹੀਂ ਹੈ, ਉਹਦੀ ਇੱਕ ਹੋਰ ਕੰਡੀਸ਼ਨ ਆ ਕਿ ਜੇ ਫੰਕਸ਼ਨ ਜਿਹੜਾ ਆ ਕੰਟੀਨਿਊਸ ਕਿਉਂ ਨਹੀਂ ਹੁੰਦਾ, ਜੇ ਮੰਨ ਲਓ ਲੈਫਟ ਤੇ ਰਾਈਟ ਲਿਮਿਟ ਤਾਂ ਇਕੁਅਲ ਆ ਜਾਣ ਪਰ ਫੰਕਸ਼ਨ ਦੀ ਵੈਲਿਊ ਜਿਹੜੀ ਆ ਉਹ ਉਹਨਾਂ ਦੇ ਇਕੁਅਲ ਨਾ ਆਵੇ ਲੈਫਟ ਤੇ ਰਾਈਟ ਲਿਮਿਟ ਦੇ, ਤਾਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਉਹ ਫੰਕਸ਼ਨ ਜਿਹੜਾ ਆ ਉਹ ਵੀ ਕੰਟੀਨਿਊਸ ਨਹੀਂ ਹੈਗਾ, ਕਿਉਂਕਿ ਉਸ ਕੇਸ ਵਿੱਚ ਵੀ ਸਾਨੂੰ ਇਹਦਾ ਗ੍ਰਾਫ ਬਣਾਉਣ ਲਈ ਪੈਨ ਚੁੱਕਣਾ ਹੀ ਪੈਣਾ ਆ। We may say that a function is continuous at a fixed point if we can draw the graph of the function around that point without lifting the pen from the plane of the paper। ਜਿੱਦਾਂ ਕਿ ਅਸੀਂ ਪਹਿਲਾਂ ਹੀ ਦੱਸਿਆ ਆ ਕਿ ਕੋਈ ਫੰਕਸ਼ਨ ਜਿਹੜਾ ਆ ਉਹ ਕੰਟੀਨਿਊਸ ਹੋਊਗਾ ਐਟ ਅ ਫਿਕਸਡ ਪੁਆਇੰਟ 'ਤੇ, ਜੇਕਰ ਅਸੀਂ ਉਹਦਾ ਗ੍ਰਾਫ ਜਿਹੜਾ ਆ ਪੇਪਰ ਤੋਂ ਬਿਨਾਂ ਪੈਨ ਚੱਕੇ ਹੀ ਕੰਟੀਨਿਊਸਲੀ ਡਰਾ ਕਰ ਸਕਦੇ। ਬੇਟਾ ਇਹ ਤਾਂ ਆਪਾਂ ਗ੍ਰਾਫਿਕਲੀ ਕੰਟੀਨਿਊਟੀ ਨੂੰ ਸਮਝਿਆ ਸੀਗਾ, ਹੁਣ ਆਪਾਂ ਮੈਥਮੈਟੀਕਲੀ ਦੇਖੀਏ ਕਿ ਜਿਹੜਾ ਫੰਕਸ਼ਨ ਆਪਾਂ ਕਿੱਦਾਂ ਪ੍ਰੂਵ ਕਰਨਾ ਆ ਕਿ ਕੰਟੀਨਿਊਸ ਹੈ ਕਿ ਨਹੀਂ ਹੈ। ਸਪੋਜ਼ ਐਫ ਇਜ਼ ਅ ਰੀਅਲ ਫੰਕਸ਼ਨ ਔਨ ਅ ਸਬਸੈਟ ਆਫ ਦਾ ਰੀਅਲ ਨੰਬਰਸ। ਮੰਨ ਲਓ ਕਿ ਐਫ ਰੀਅਲ ਵੈਲਿਡ ਫੰਕਸ਼ਨ ਆ, ਯਾਨੀ ਕਿ ਇੱਦਾਂ ਦਾ ਫੰਕਸ਼ਨ ਆ ਜਿਹੜਾ ਡੋਮੇਨ ਜਿਹੜੀ ਆਪਾਂ ਉਹ ਰੀਅਲ ਨੰਬਰਸ ਤੋਂ ਲਿਆ, ਸਬਸੈਟ ਉਹਦਾ ਇੱਕ ਹੈ ਰੀਅਲ ਨੰਬਰਸ ਦਾ। ਅਤੇ ਲੈਟ ਸੀ ਵੀ ਇਹ ਪੁਆਇੰਟ ਇਨ ਦੀ ਡੋਮੇਨ, ਮੰਨ ਲਓ ਸੀ ਕੋਈ ਪੁਆਇੰਟ ਆ ਇਹਦੀ तो C be a point in the domain of f, then f is continuous at C if limit x tends to C fx is equal to fc। ਲਿਮਿਟ x ਟੈਂਡਸ ਟੂ C fx ਕੀ ਹੁੰਦਾ ਬੇਟਾ, ਜਦੋਂ ਲੈਫਟ ਹੈਂਡ ਲਿਮਿਟ ਤੇ ਰਾਈਟ ਹੈਂਡ ਲਿਮਿਟ ਇਕੁਅਲ ਹੋ ਜਾਣ, ਦੋਨਾਂ ਦੀ ਵੈਲਿਊ ਇਕੁਅਲ ਆ ਜਾਵੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਲਿਮਿਟ x ਟੈਂਡ ਟੂ C fx ਦੀ ਉਹ ਵੈਲਿਊ ਹੁੰਦੀ ਆ। ਤੇ ਜੇ ਉਹਦੀ ਵੈਲਿਊ ਫੰਕਸ਼ਨ ਦੀ ਵੈਲਿਊ ਦੇ ਇਕੁਅਲ ਆ ਜਾਵੇ C ਤੇ ਤਾਂ ਆਪਾਂ ਕਹਿੰਦੇ ਹਾਂ ਫੰਕਸ਼ਨ ਕੀ ਹੈ ਕੰਟੀਨਿਊਸ ਆ। If f is not continuous at C, we say that f is discontinuous at C and C is called a point of discontinuity of f। ਜੇ ਤਾਂ ਆ ਦੋਨੇ ਚੀਜ਼ਾਂ ਇਕੁਅਲ ਆ ਜਾਂਦੀਆਂ, ਲਿਮਿਟ ਦੀ ਵੈਲਿਊ ਤੇ ਫੰਕਸ਼ਨ ਦੀ ਵੈਲਿਊ ਐਟ ਦੈਟ ਪੁਆਇੰਟ ਇਕੁਅਲ ਆ ਜਾਂਦੀ ਆ, ਫਿਰ ਆਪਾਂ ਕਹਿੰਦੇ ਆ ਫੰਕਸ਼ਨ ਕੰਟੀਨਿਊਸ ਆ। ਪਰ ਜੇ ਫੰਕਸ਼ਨ ਕੰਟੀਨਿਊਸ ਨਹੀਂ ਹੈਗਾ C ਪੁਆਇੰਟ ਤੇ ਤਾਂ ਆਪਾਂ ਕਹਿ ਦਿੰਦੇ ਆ ਫੰਕਸ਼ਨ ਇਜ਼ ਡਿਸਕੰਟੀਨਿਊਸ ਐਟ C। ਤੇ ਜਿਹੜਾ C ਪੁਆਇੰਟ ਆ ਜਿੱਥੇ ਉਹ ਫੰਕਸ਼ਨ ਡਿਸਕੰਟੀਨਿਊਸ ਆ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਪੁਆਇੰਟ ਆਫ ਡਿਸਕੰਟੀਨਿਊਟੀ ਆਫ f, ਯਾਨੀ ਉਹ f ਦੇ ਫੰਕਸ਼ਨ ਦੇ ਪੁਆਇੰਟਸ ਆਫ ਡਿਸਕੰਟੀਨਿਊਟੀ
ਕੰਟੀਨਿਊਟੀ ਜਾਂ ਓਕੇ।